ਵੀਰ ਸਾਡੇ ਪਤੀ ਪਤਨੀ ਦਾ ਲਾਡਲਾ ਪੁੱਤਰ ਸੀ, ਕਿਉਂਕਿ ਉਸ ਤੋਂ ਬਿਨਾਂ ਸਾਡਾ ਕੋਈ ਹੋਰ ਬੱਚਾ ਨਹੀਂ ਸੀ। ਮੇਰੇ ਪਤੀ ਆਪਣੇ ਬੇਟੇ ਦੀ ਹਰ ਗੱਲ ਸੁਣਦੇ ਸਨ ਅਤੇ ਬਦਤਮੀਜੀ ਵੀਰ ਦੀਆਂ ਰਗਾਂ ਵਿੱਚ ਵੱਸ ਗਈ। ਉਹ ਕਦੇ ਮੇਰੇ ਨਾਲ ਸਤਿਕਾਰ ਨਾਲ ਗੱਲ ਨਹੀਂ ਕਰਦਾ ਸੀ। ਬਚਪਨ ਤੋਂ ਹੀ ਮੇਰੇ ਪਤੀ ਉਸ ਨੂੰ ਕਿਹਾ ਕਰਦੇ ਸਨ ਕਿ ਵੀਰ ਮੇਰੀ ਸਾਰੀ ਦੌਲਤ ਦੇ ਤੁਸੀਂ ਇਕੱਲੇ ਵਾਰਿਸ ਹੋ ਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਜੇਕਰ ਕੱਚੇ ਮਨ ਵਿੱਚ ਇਹਨਾਂ ਗੱਲਾਂ ਨੂੰ ਬਾਰ-ਬਾਰ ਦੁਹਰਾਇਆ ਜਾਵੇ ਤਾਂ ਬੱਚਾ ਗਲਤ ਰਸਤੇ ਤੇ ਚੱਲ ਹੀ ਪੈਂਦਾ ਹੈ। ਬਦਤਮੀਜੀ ਆਪਣੇ ਆਪ ਉਸ ਵਿੱਚ ਪੈਦਾ ਹੋ ਜਾਂਦੀ ਹੈ। ਵੀਰ ਨੂੰ ਵੀ ਅਜਿਹਾ ਹੀ ਸਮੱਸਿਆ ਸੀ। ਉਹ ਸਾਰੇ ਘਰ ਵਿੱਚ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਉਹ ਸਾਰੇ ਘਰ ਦਾ ਮਾਲਕ ਹੋਵੇ ਅਤੇ ਮੈਂ ਉਸ ਦੀ ਨੌਕਰਾਨੀ ਹੋਵਾਂ। ਮੈਨੂੰ ਯਾਦ ਨਹੀਂ ਕਿ ਉਸਨੇ ਮੈਨੂੰ ਮਾਂ ਕਦੋਂ ਕਿਹਾ ਸੀ। ਮੇਰਾ ਨਾਮ ਕੋਮਲ ਸੀ ਅਤੇ ਉਹ ਮੈਨੂੰ ਕਾਲੋ ਕਹਿ ਕੇ ਹੀ ਬੁਲਾਉਂਦਾ ਸੀ। ਪਹਿਲੀ ਵਾਰ ਜਦੋਂ ਉਸਨੇ ਮੈਨੂੰ ਕਾਲੋ ਕਹਿ ਕੇ ਬੁਲਾਇਆ ਤਾਂ ਮੈਂ ਸੋਚਿਆ ਕਿ ਸ਼ਾਇਦ ਮੇਰਾ ਪਤੀ ਵੀਰ ਨੂੰ ਡਾਂਟ ਕੇ ਅਜਿਹਾ ਕਹਿਣ ਤੋਂ ਮਨਾ ਕਰੇਗਾ, ਪਰ ਮੇਰੇ ਪਤੀ ਨੇ ਕੋਈ ਧਿਆਨ ਨਹੀਂ ਦਿੱਤਾ। ਫਿਰ ਮੈਂ ਹੀ ਵੀਰ ਨੂੰ ਕਿਹਾ ਕਿ ਇਸ ਤਰ੍ਹਾਂ ਨਹੀਂ ਬੋਲਦੇ, ਮੈਂ ਤੇਰੀ ਮਾਂ ਹਾਂ, ਮੈਨੂੰ ਮੰਮੀ ਕਿਹਾ ਕਰੋ। ਪਰ ਬਹੁਤ ਜ਼ਿਆਦਾ ਬਦਤਮੀਜੀ ਸੀ। ਕਹਿਣ ਲੱਗਾ ਕਿ ਨਹੀਂ, ਮੈਂ ਤੁਹਾਨੂੰ ਕਾਲੋ ਕਹਿ ਕੇ ਹੀ ਬੁਲਾਵਾਂਗਾ। ਇਹ ਸੁਣ ਕੇ ਮੈਨੂੰ ਉਸ ਦਾ ਬੋਲਣ ਦਾ ਅੰਦਾਜ਼ ਬਹੁਤ ਰੁੱਖਾ ਲੱਗਿਆ ਅਤੇ ਮੈਂ ਉਸ ਨੂੰ ਥੱਪੜ ਮਾਰ ਦਿੱਤਾ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਥੱਪੜ ਮੈਨੂੰ ਮਹਿੰਗਾ ਪਵੇਗਾ। ਮੇਰੇ ਪਤੀ ਉਸ ਸਮੇਂ ਦਫ਼ਤਰ ਜਾਣ ਲਈ ਤਿਆਰ ਹੋ ਰਹੇ ਸਨ ਤੇ ਵੀਰ ਸਕੂਲ ਜਾਣ ਲਈ। ਜਦੋਂ ਮੈਂ ਵੀਰ ਲਈ ਨਾਸ਼ਤਾ ਬਣਾਇਆ ਤਾਂ ਉਹ ਮੈਨੂੰ ਕਹਿਣ ਲੱਗਾ, ਮੈਂ ਤੇਰੇ ਹੱਥ ਦਾ ਬਣਿਆ ਖਾਣਾ ਨਹੀਂ ਖਾਵਾਂਗਾ। ਕਾਲੋ, ਮੈਨੂੰ ਵੀ ਉਸ ਦੀ ਇਸ ਗੱਲ ਤੇ ਗੁੱਸਾ ਆ ਗਿਆ। ਮੈਂ ਕਿਹਾ, ਮੈਨੂੰ ਮੰਮੀ ਕਹੋ, ਮੈਂ ਤੇਰੀ ਮਾਂ ਹਾਂ। ਉਹ ਕਹਿਣ ਲੱਗਾ, ਮੈਂ ਤੈਨੂੰ ਕਾਲੋ ਕਹਿ ਕੇ ਹੀ ਬੁਲਾਵਾਂਗਾ। ਮੈਨੂੰ ਉਸ ਤੇ ਬਹੁਤ ਗੁੱਸਾ ਆਇਆ। ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ, ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਨਤੀਜਾ ਮੇਰੇ ਲਈ ਮਾੜਾ ਹੋਵੇਗਾ। ਵੀਰ ਉੱਚੀ ਉੱਚੀ ਰੋਣ ਲੱਗਾ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਮੇਰਾ ਪਤੀ ਕਮਰੇ ਤੋਂ ਬਾਹਰ ਆਇਆ ਅਤੇ ਵੀਰ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਣ ਲੱਗਾ। ਵੀਰ ਨੇ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਸ ਔਰਤ ਨੇ ਮੈਨੂੰ ਥੱਪੜ ਮਾਰਿਆ ਹੈ। ਮੈਂ ਕਿਹਾ ਕਿ ਉਹ ਮੇਰੇ ਨਾਲ ਦੁਰਵਿਹਾਰ ਕਰ ਰਿਹਾ ਸੀ ਤੇ ਮੈਨੂੰ ਮਾਂ ਕਹਿਣ ਦੀ ਬਜਾਏ ਕਾਲੋ ਕਹਿ ਕੇ ਬੁਲਾ ਰਿਹਾ ਸੀ। ਮੇਰੇ ਪਤੀ ਨੇ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਅਤੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗਾ ਕਿ ਤੂੰ ਕੌਣ ਹੁੰਦੀ ਹੈ ਮੇਰੇ ਪੁੱਤਰ ਤੇ ਹੱਥ ਚੁੱਕਣ ਵਾਲੀ? ਤੂੰ ਹੁਣ ਮਾਰੀ ਮੇਰੇ ਪੁੱਤ ਤੇ, ਫਿਰ ਮੈਂ ਦੱਸਾਂਗਾ ਕਿ ਮੇਰੇ ਬੇਟੇ ਦੇ ਹੱਥ ਚੁੱਕਣ ਦਾ ਕੀ ਨਤੀਜਾ ਹੁੰਦਾ ਹੈ। ਉਹ ਮੇਰਾ ਹੱਥ ਫੜ ਕੇ ਰਸੋਈ ਵਿੱਚ ਲੈ ਗਿਆ ਅਤੇ ਬਲਦੇ ਚੁੱਲ੍ਹੇ ਤੇ ਮੇਰਾ ਹੱਥ ਰੱਖ ਦਿੱਤਾ। ਮੈਂ ਬੁਰੀ ਤਰ੍ਹਾਂ ਚੀਕਣ ਲੱਗੀ, ਪਰ ਮੇਰੇ ਪਤੀ ਨੂੰ ਮੇਰੇ ਤੇ ਤਰਸ ਨਹੀਂ ਆਇਆ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਅੱਗੇ ਤੋਂ ਧਿਆਨ ਰੱਖੋ, ਜੇਕਰ ਤੂੰ ਦੁਬਾਰਾ ਵੀਰ ਤੇ ਹੱਥ ਚੁੱਕਿਆ ਤਾਂ ਮੇਰੇ ਤੋਂ ਬੁਰਾ ਨਹੀਂ ਹੋਵੇਗਾ। ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪਤੀ ਇੰਨਾ ਬੇਰਹਿਮ ਹੋ ਸਕਦਾ ਹੈ, ਉਹ ਵੀ ਬੱਚੇ ਦੀ ਖਾਤਰ। ਜਦੋਂ ਤੁਸੀਂ ਆਪਣੀ ਪਤਨੀ ਨੂੰ ਬੱਚੇ ਦੇ ਸਾਹਮਣੇ ਸਤਿਕਾਰ ਨਹੀਂ ਦਿੰਦੇ ਤਾਂ ਪੁੱਤਰ ਕਿਉਂ ਸਤਿਕਾਰ ਦੇਵੇਗਾ? ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਸਮਾਂ ਐਵੇਂ ਹੀ ਲੰਘਦਾ ਗਿਆ। ਵੀਰ ਹੁਣ 12 ਸਾਲ ਦਾ ਸੀ ਅਤੇ ਉਸਦੀ ਗੁੰਡਾਗਰਦੀ ਹੋਰ ਵੀ ਵੱਧ ਗਈ ਸੀ। ਜਦੋਂ ਉਹ ਸਕੂਲੋਂ ਆਉਂਦਾ ਤਾਂ ਮੈਂ ਖਾਣਾ ਤਿਆਰ ਕਰਕੇ ਰੱਖ ਦਿੰਦੀ, ਕਿਉਂਕਿ ਜੇ ਮੈਂ ਥੋੜਾ ਵੀ ਲੇਟ ਹੁੰਦੀ ਤਾਂ ਤੂਫਾਨ ਮਚਾ ਦਿੰਦਾ ਸੀ। ਪਰ ਅੱਜ ਸਵੇਰੇ ਤੋਂ ਮੈਨੂੰ ਬੁਖਾਰ ਸੀ। ਮੈਂ ਕੰਮ ਕਰਨ ਦੇ ਯੋਗ ਨਹੀਂ ਸੀ ਤੇ ਮੈਂ ਖਾਣਾ ਵੀ ਨਹੀਂ ਸੀ ਪਕਾਇਆ। ਕੱਲ ਦੀ ਸਬਜ਼ੀ ਘਰ ਵਿੱਚ ਪਈ ਸੀ। ਮੈਂ ਸੋਚਿਆ ਅੱਜ ਉਹ ਹੀ ਵੀਰ ਨੂੰ ਦੇਵਾਂਗੀ। ਜਦੋਂ ਉਹ ਸਕੂਲੋਂ ਵਾਪਸ ਆਇਆ ਤਾਂ ਮੈਂ ਉਸ ਲਈ ਮੁਸ਼ਕਲ ਨਾਲ ਤਾਜ਼ੀ ਰੋਟੀ ਬਣਾਈ। ਉਹ ਸਿੱਧਾ ਰਸੋਈ ਵਿੱਚ ਆ ਕੇ ਕਹਿਣ ਲੱਗਾ, ਕਾਲੋ, ਤੂੰ ਰੋਟੀ ਨਹੀਂ ਬਣਾਈ, ਤੂੰ ਕਿੰਨੀ ਆਲਸੀ ਤੇ ਕਾਮਚੋਰ ਹੈ। ਮੈਂ ਕਿਹਾ, ਮੈਨੂੰ ਸਵੇਰ ਤੋਂ ਬੁਖਾਰ ਹੈ। ਮੈਂ ਖਾਣਾ ਮੇਜ਼ ਤੇ ਰੱਖ ਦਿੱਤਾ ਹੈ। ਪਰ ਕੱਲ ਦੀ ਸਬਜ਼ੀ ਦੇਖ ਕੇ ਉਸ ਨੇ ਖਾਣੇ ਦੀ ਥਾਲੀ ਫੜ ਕੇ ਜ਼ੋਰ ਨਾਲ ਫਰਸ਼ ਤੇ ਸੁੱਟ ਦਿੱਤੀ ਅਤੇ ਕਿਹਾ ਕਿ ਤੂੰ ਮੈਨੂੰ ਬਾਸੀ ਖਾਣਾ ਖਵਾ ਕੇ ਬਿਮਾਰ ਕਰਨਾ ਚਾਹੁੰਦੀ ਹੈ। ਮੈਂ ਕਿਹਾ, ਮੈਨੂੰ ਸਵੇਰ ਤੋਂ ਬੁਖਾਰ ਹੈ, ਮੈਂ ਕੋਈ ਕੰਮ ਨਹੀਂ ਕਰ ਸਕਦੀ ਸੀ। ਮੈਂ ਹਜੇ ਵੀ ਬੁਖਾਰ ਨਾਲ ਤਪ ਰਹੀ ਸੀ। ਮੈਨੂੰ ਚੱਕਰ ਆ ਰਹੇ ਸੀ। ਪਰ ਵੀਰ ਸ਼ਾਇਦ ਆਪਣੇ ਪਿਤਾ ਵਾਂਗ ਬੇਰਹਿਮ ਸੀ। ਉਸ ਵਿੱਚ ਵੀ ਕੋਈ ਭਾਵਨਾਵਾਂ ਨਹੀਂ ਸਨ। ਉਹ ਕਹਿਣ ਲੱਗਾ ਕਿ ਮੇਰੇ ਨਾਲ ਡਰਾਮਾ ਨਾ ਕਰੋ, ਚਲੋ ਹੁਣ ਖਾਣਾ ਬਣਾਓ। ਪਰ ਮੈਂ ਉਸ ਦੀ ਗੱਲ ਨਹੀਂ ਸੁਣੀ, ਕਿਉਂਕਿ ਮੈਨੂੰ ਖੜਾ ਹੋਣਾ ਵੀ ਮੁਸ਼ਕਲ ਹੋ ਰਿਹਾ ਸੀ। ਖਾਣਾ ਬਣਾਉਣਾ ਤਾਂ ਦੂਰ ਦੀ ਗੱਲ ਸੀ। ਮੈਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਕਿਹਾ ਕਿ ਜੋ ਖਾਣਾ ਬਣਾਇਆ ਹੈ ਉਹ ਖਾਓ ਅਤੇ ਫਿਰ ਮੈਂ ਜਾ ਕੇ ਆਪਣੇ ਕਮਰੇ ਵਿੱਚ ਲੇਟ ਗਈ। ਉਹ ਚੀਕਦਾ ਹੋਇਆ ਮੇਰੇ ਕੋਲ ਆਇਆ, ਪਰ ਮੇਰੇ ਵਿੱਚ ਦੁਬਾਰਾ ਖਾਣਾ ਬਣਾਉਣ ਦੀ ਹਿੰਮਤ ਨਹੀਂ
ਨਹੀਂ ਸੀ। ਮੇਰੇ ਪਤੀ ਦਫ਼ਤਰ ਤੋਂ ਸ਼ਾਮ ਨੂੰ ਹੀ ਵਾਪਸ ਆਉਂਦੇ ਸਨ, ਪਰ ਅੱਜ ਵੀਰ ਦੇ ਫੋਨ ਕਰਕੇ ਜਲਦੀ ਘਰ ਆ ਗਏ। ਉਸ ਸਮੇਂ ਵੀ ਮੈਨੂੰ ਬੁਖਾਰ ਸੀ। ਮੈਂ ਦਵਾਈ ਲੈ ਕੇ ਸੁੱਤੀ ਪਈ ਸੀ ਜਦੋਂ ਉਸਨੇ ਆ ਕੇ ਮੈਨੂੰ ਬਾਂਹ ਫੜ ਕੇ ਬਿਠਾਇਆ ਤੇ ਕਿਹਾ, ਤੂੰ ਇੱਕ ਆਲਸੀ ਔਰਤ ਹੈ, ਮੈਂ ਇਸ ਲਈ ਤੈਨੂੰ ਨਹੀਂ ਲਿਆਇਆ ਕਿ ਤੂੰ ਮੇਰੇ ਬੱਚੇ ਨੂੰ ਭੁੱਖਾ ਰੱਖੋ। ਮੈਂ ਆਪਣੇ ਬੱਚੇ ਦੀ ਖਾਤਰ ਤੇਰੇ ਪਿਤਾ ਨੂੰ 10 ਲੱਖ ਰੁਪਏ ਦਿੱਤੇ ਸਨ। ਇਹ ਕਹਿ ਕੇ ਉਹ ਮੈਨੂੰ ਬਾਲਾਂ ਤੋਂ ਫੜ ਕੇ ਰਸੋਈ ਵਿੱਚ ਲੈ ਗਿਆ। ਬੁਖਾਰ ਕਾਰਨ ਮੇਰਾ ਬੁਰਾ ਹਾਲ ਸੀ, ਮੇਰਾ ਸਿਰ ਚਕਰਾ ਰਿਹਾ ਸੀ। ਮੈਂ ਕਿਹਾ ਕਿ ਮੈਨੂੰ ਬਹੁਤ ਤੇਜ਼ ਬੁਖਾਰ ਹੈ, ਮੈਂ ਠੀਕ ਤਰ੍ਹਾਂ ਖੜ ਵੀ ਨਹੀਂ ਸਕਦੀ ਸੀ। ਮੈਂ ਖਾਣਾ ਕਿਵੇਂ ਬਣਾਵਾਂਗੀ? ਮੈਂ ਸਿਰਫ ਇੰਨਾ ਹੀ ਬੋਲ ਸਕੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਅਤੇ ਫਿਰ ਗੈਸ ਨੂੰ ਚਾਲੂ ਕਰਨ ਤੋਂ ਬਾਅਦ ਉਸ ਦੀ ਅੱਗ ਤੇ ਮੇਰੇ ਹੱਥ ਰੱਖ ਦਿੱਤੇ ਅਤੇ ਫਿਰ ਇੱਕ ਤੋਂ ਬਾਅਦ ਇੱਕ ਮੇਰੇ ਮੂੰਹ ਤੇ ਥੱਪੜ ਮਾਰਨ ਲੱਗੇ। ਮੈਂ ਦਰਦ ਨਾਲ ਚੀਕ ਰਹੀ ਸੀ। ਬੁਖਾਰ ਮੈਨੂੰ ਪਹਿਲਾਂ ਹੀ ਸੀ। ਜਦੋਂ ਮੇਰਾ ਪਤੀ ਮੈਨੂੰ ਕੁੱਟਣ ਲੱਗਾ ਤਾਂ ਮੈਂ ਚੀਕਦੀ ਹੋਈ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੇਰਾ ਪਤੀ ਕਿੰਨੀ ਦੇਰ ਤੱਕ ਮੇਰੀ ਕੁੱਟਮਾਰ ਕਰਦਾ ਰਿਹਾ, ਮੈਨੂੰ ਕੁਝ ਯਾਦ ਨਹੀਂ। ਫਿਰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੈਂ ਰਸੋਈ ਤੇ ਫਰਸ਼ ਤੇ ਉਸ ਤਰ੍ਹਾਂ ਲੇਟੀ ਹੋਈ ਸੀ। ਮੇਰੇ ਹੱਥ ਸੜ ਗਏ ਸਨ ਅਤੇ ਮੇਰੇ ਵਾਲ ਵਿਗੜੇ ਹੋਏ ਸਨ। ਦਰਦ ਕਾਰਨ ਮੇਰਾ ਸਾਰਾ ਸਰੀਰ ਦੁਖ ਰਿਹਾ ਸੀ ਤੇ ਬੁਖਾਰ ਅਜੇ ਵੀ ਸੀ, ਪਰ ਇਸ ਦੇ ਬਾਵਜੂਦ ਮੈਂ ਉੱਠ ਕੇ ਕੰਧ ਨਾਲ ਸਹਾਰਾ ਲਾ ਕੇ ਬੈਠ ਗਈ। ਪਤਾ ਨਹੀਂ ਰਾਤ ਦਾ ਕਿੰਨਾ ਟਾਈਮ ਹੋਇਆ ਸੀ। ਉਦੋਂ ਹੀ ਮੈਨੂੰ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਵੀਰ ਰਸੋਈ ਵਿੱਚ ਤੁਰਦਾ ਹੋਇਆ ਆਇਆ ਤੇ ਮੇਰੇ ਸਾਹਮਣੇ ਨਫ਼ਰਤ ਭਰੀ ਮੁਸਕਰਾਹਟ ਨਾਲ ਬੋਲਿਆ, ਜਦੋਂ ਨੌਕਰਾਣੀ ਮਾਲਕ ਦੀ ਗੱਲ ਨਹੀਂ ਸੁਣਦੀ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਉਸ ਦਿਨ ਮੈਨੂੰ ਉਸ ਪ੍ਰਤੀ ਬਹੁਤ ਨਫ਼ਰਤ ਮਹਿਸੂਸ ਹੋਈ, ਪਰ ਫਿਰ ਵੀ ਮੈਂ ਉਸ ਨੂੰ ਕੁਝ ਨਹੀਂ ਕਹਿ ਸਕੀ ਕਿਉਂਕਿ ਉਹ ਘਰ ਦਾ ਮਾਲਕ ਸੀ ਤੇ ਉਹ ਬਚਪਨ ਤੋਂ ਹੀ ਇਹ ਹੀ ਸੁਣਦਾ ਆ ਰਿਹਾ ਸੀ। ਪਤੀ ਨੇ ਅਗਲੇ ਕਈ ਦਿਨਾਂ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਹ ਮੇਰੇ ਲਈ ਦਵਾਈ ਲੈ ਕੇ ਆਇਆ। ਮੈਂ ਘਰੇਲੂ ਨੁਸਖੇ ਅਪਣਾ ਕੇ ਆਪਣਾ ਇਲਾਜ ਕਰ ਰਹੀ ਸੀ। ਇਸ ਤੋਂ ਬਾਅਦ ਹਾਲਾਤ ਭਾਵੇਂ ਜੋ ਮਰਜ਼ੀ ਹੋਣ, ਭਾਵੇਂ ਮੈਂ ਮਰ ਰਹੀ ਹੋਵਾਂ, ਮੈਂ ਕਦੇ ਵੀ ਵੀਰ ਦੀ ਗੱਲ ਨੂੰ ਮਨਾ ਨਹੀਂ ਕੀਤਾ। ਉਸ ਲਈ ਤਾਜ਼ਾ ਖਾਣਾ ਬਣਾਉਂਦੀ, ਉਸ ਦੀ ਹਰ ਗੱਲ ਮੰਨਦੀ, ਚੁੱਪਚਾਪ ਉਸ ਦੇ ਹਰ ਤਾਨੇ ਨੂੰ ਸੁਣਦੀ। ਪਰ ਇਸ ਦੇ ਬਾਵਜੂਦ ਉਸ ਦਾ ਰਵੱਈਆ ਦਿਨੋਂ ਦਿਨ ਵਿਗੜਦਾ ਜਾ ਰਿਹਾ ਸੀ। ਪਤੀ ਨੇ ਵੀ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਉਹ ਵੀਰ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੈਨੂੰ ਹੁਕਮ ਦਿੰਦਾ ਸੀ ਕਿ ਮੇਰਾ ਪੁੱਤਰ ਜੋ ਮਰਜ਼ੀ ਕਹੇ, ਕਦੇ ਉਸ ਨੂੰ ਕਿਸੇ ਗੱਲ ਤੋਂ ਮਨਾ ਨਹੀਂ ਕਰਨਾ। ਇਸ ਘਰ ਵਿੱਚ ਰਹਿਣਾ ਮੇਰੀ ਮਜਬੂਰੀ ਸੀ, ਇਸ ਲਈ ਮੈਂ ਪਿਤਾ ਪੁੱਤਰ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਾ ਦੇਣ ਦੀ ਕੋਸ਼ਿਸ਼ ਕਰਦੀ। ਮੇਰੀਆਂ ਸਾਰੀਆਂ ਖੁਆਇਸ਼ਾਂ ਮੇਰੇ ਦਿਲ ਵਿੱਚ ਦਬ ਗਈਆਂ ਸਨ। ਵੀਰ ਹੁਣ ਵੱਡਾ ਹੋ ਰਿਹਾ ਸੀ, ਪਰ ਉਸ ਦੀ ਨਫ਼ਰਤ ਅਤੇ ਰੁੱਖਾਪਨ ਹੋਰ ਵੀ ਵੱਧ ਗਿਆ ਸੀ। ਉਹ ਮੈਨੂੰ ਕਦੇ ਸਤਿਕਾਰ ਨਾਲ ਨਹੀਂ ਬੁਲਾਉਂਦਾ ਸੀ। ਉਹ ਇੱਕ ਦਿਨ ਘਰ ਹੀ ਸੀ। ਅੱਜ ਉਸ ਨੂੰ ਸਕੂਲ ਤੋਂ ਛੁੱਟੀ ਸੀ। ਜਦੋਂ ਮੈਂ ਉਸ ਦੇ ਕਮਰੇ ਵੱਲ ਗਈ ਤਾਂ ਅੰਦਰੋਂ ਅਜੀਬ ਜਿਹੀ ਮਹਿਕ ਆ ਰਹੀ ਸੀ। ਮੈਂ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਵੀਰ ਹੱਥ ਵਿੱਚ ਸਿਗਰਟ ਫੜੀ ਬੈਠਾ ਸੀ। ਉਹ ਸਿਗਰਟ ਪੀ ਰਿਹਾ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਅੱਗੇ ਵੱਧ ਕੇ ਵੀਰ ਦੇ ਹੱਥੋਂ ਸਿਗਰਟ ਖੋਹ ਲਈ ਅਤੇ ਫਿਰ ਉਸ ਦੇ ਮੂੰਹ ਤੇ ਚਪੇੜ ਮਾਰ ਦਿੱਤੀ। ਮੈਂ ਕਹਿਣ ਲੱਗੀ, ਤੇਰੀ ਸਿਗਰਟ ਪੀਣ ਦੀ ਹਿੰਮਤ ਕਿਵੇਂ ਹੋਈ? ਪਰ ਇਸ ਤੋਂ ਬਾਅਦ ਵੀਰ ਨੇ ਆਪਣੀ ਹੱਦ ਪਾਰ ਕਰ ਦਿੱਤੀ। ਉਹ ਗੁੱਸੇ ਨਾਲ ਉੱਠਿਆ ਅਤੇ ਮੇਰੇ ਮੂੰਹ ਤੇ ਥੱਪੜ ਮਾਰਨ ਲੱਗਾ, ਪਰ ਉਸੇ ਵੇਲੇ ਮੈਂ ਉਸ ਦਾ ਹੱਥ ਫੜ ਲਿਆ ਅਤੇ ਮੈਂ ਵੀਰ ਵੱਲ ਗੁੱਸੇ ਨਾਲ ਦੇਖਿਆ। ਕੀ ਤੈਨੂੰ ਇੱਕ ਪਲ ਲਈ ਵੀ ਸ਼ਰਮ ਨਹੀਂ ਆਈ? ਮੈਂ ਤੇਰੀ ਮਾਂ ਹਾਂ ਤੇ ਤੂੰ ਮੈਨੂੰ ਥੱਪੜ ਮਾਰ ਰਿਹਾ ਹੈ। ਉਸ ਨੇ ਮੈਨੂੰ ਧੱਕਾ ਦੇ ਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ। ਕਹਿਣ ਲੱਗਾ ਕਿ ਇੱਥੋਂ ਨਿਕਲ ਜਾ, ਤੂੰ ਮੇਰੀ ਮਾਂ ਨਹੀਂ, ਬਸ ਨੌਕਰਾਨੀ ਹੈ। ਮੇਰੇ ਪਿਤਾ ਜੀ ਨੇ ਤੈਨੂੰ ਝੌਂਪੜੀ ਤੋਂ ਲਿਆਏ ਸਨ ਤਾਂ ਜੋ ਤੂੰ ਘਰ ਦੀ ਸਫਾਈ ਕਰ ਸਕੇ ਅਤੇ ਮੇਰੀ ਦੇਖਭਾਲ ਕਰ ਸਕੇ। ਜੇ ਫਿਰ ਆਪਣੇ ਆਪ ਨੂੰ ਮੇਰੀ ਮਾਂ ਕਿਹਾ ਤਾਂ ਇਸ ਤੋਂ ਵੀ ਬੁਰਾ ਕਰਾਂਗਾ। ਅੱਜ ਮੈਂ ਉਸ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਵੀਰ ਨੂੰ ਉਸ ਦੀ ਮਾਂ ਵਾਂਗ ਪਾਲ ਰਹੀ ਸੀ ਅਤੇ ਉਹ ਮੇਰੇ ਨਾਲ ਕਿਵੇਂ ਵਿਵਹਾਰ ਕਰ ਰਿਹਾ ਸੀ। ਮੈਂ ਰੋਂਦੀ ਹੋਈ ਉਸ ਦੇ ਕਮਰੇ ਤੋਂ ਬਾਹਰ ਆ ਗਈ ਹਾਂ। ਇਹ ਸੱਚ ਸੀ ਕਿ ਮੈਂ ਉਸ ਦੀ ਮਤਰੇਈ ਮਾਂ ਸੀ, ਪਰ ਮੈਂ ਮਾਂ ਸੀ। ਮੈਂ ਉਸ ਨੂੰ ਮਾਂ ਬਣ ਕੇ ਇਸ ਉਮਰ ਤੱਕ ਪਾਲਿਆ।
ਪਰ ਅੱਜ ਉਸਨੇ ਮੈਨੂੰ ਕਿਵੇਂ ਪੂਰੀ ਤਰ੍ਹਾਂ ਨਕਾਰ ਦਿੱਤਾ। ਮੈਨੂੰ ਅੱਜ ਵੀ ਉਹ ਰਾਤ ਯਾਦ ਹੈ ਜਦੋਂ ਮੇਰੀ ਮਾਂ ਨੇ ਮੈਨੂੰ ਵੀਰ ਦੇ ਪਿਤਾ ਨਾਲ ਵਿਦਾ ਕੀਤਾ। ਮੈਂ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਅਤੇ ਵੀਰ ਦੇ ਪਿਤਾ ਵਰਗੇ ਅਮੀਰ ਵਿਅਕਤੀ ਦਾ ਰਿਸ਼ਤਾ ਮੇਰੇ ਮਾਤਾ ਪਿਤਾ ਲਈ ਬਹੁਤ ਖੁਸ਼ੀ ਦੀ ਗੱਲ ਸੀ। ਉਸ ਸਮੇਂ ਮੇਰੀ ਉਮਰ 20 ਸਾਲ ਦੀ ਸੀ, ਪਰ ਵੀਰ ਦੇ ਪਿਤਾ ਮੇਰੇ ਤੋਂ ਵੱਡੇ ਸਨ। ਉਹਨਾਂ ਦਾ ਇੱਕ ਪੁੱਤਰ ਵੀਰ ਸੀ ਜੋ ਉਸ ਸਮੇਂ 10 ਸਾਲ ਦਾ ਸੀ, ਪਰ ਮੇਰੇ ਮਾਤਾ ਪਿਤਾ ਨੇ ਬਿਨਾਂ ਸੋਚੇ ਸਮਝੇ ਮੇਰਾ ਵਿਆਹ ਵੀਰ ਦੇ ਪਿਤਾ ਨਾਲ ਕਰਵਾ ਦਿੱਤਾ, ਕਿਉਂਕਿ ਵੀਰ ਦੇ ਪਿਤਾ ਨੇ ਵਿਆਹ ਸਮੇਂ ਮੇਰੇ ਪਿਤਾ ਨੂੰ 10 ਲੱਖ ਰੁਪਏ ਦਿੱਤੇ ਸਨ ਅਤੇ ਇਹ ਸ਼ਰਤ ਵੀ ਰੱਖੀ ਸੀ ਕਿ ਤੁਹਾਡੀ ਧੀ ਕੋਮਲ ਮੇਰੇ ਬੇਟੇ ਦਾ ਹਰ ਹੁਕਮ ਮੰਨੇਗੀ, ਉਸ ਤੇ ਕਦੇ ਹੱਥ ਨਹੀਂ ਉਠਾਏਗੀ। ਮੇਰੇ ਮਾਤਾ ਪਿਤਾ ਨੇ ਪੈਸੇ ਲੈ ਕੇ ਇਹ ਸ਼ਰਤ ਮੰਨ ਲਈ ਅਤੇ ਵਿਛੋੜੇ ਤੋਂ ਪਹਿਲਾਂ ਮੇਰੀ ਮਾਂ ਨੇ ਮੈਨੂੰ ਹੱਥ ਜੋੜ ਕੇ ਕਿਹਾ ਕਿ ਤੁਸੀਂ ਦੂਜੀ ਪਤਨੀ ਬਣ ਕੇ ਉਹਨਾਂ ਦੇ ਘਰ ਜਾ ਰਹੇ ਹੋ। ਮਾਂ ਵਾਂਗ ਵੀਰ ਦਾ ਖਿਆਲ ਰੱਖੋ, ਉਸ ਦੀ ਹਰ ਗੱਲ ਮੰਨੋ, ਉਸ ਨੂੰ ਕਦੇ ਵੀ ਸ਼ਿਕਾਇਤ ਕਰਨ ਦਾ ਮੌਕਾ ਨਾ ਦਿਓ ਅਤੇ ਆਪਣੇ ਪਤੀ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਾ ਦਿਓ। ਅਜਿਹਾ ਨਾ ਹੋਵੇ ਕਿ ਉਹ ਤੁਹਾਨੂੰ ਵੀਰ ਦੇ ਕਾਰਨ ਘਰੋਂ ਬਾਹਰ ਕੱਢ ਦੇਵੇ। ਇਸ ਗੱਲ ਨੂੰ ਆਪਣੇ ਮਨ ਵਿੱਚ ਰੱਖੋ, ਤੁਹਾਡਾ ਪਿਤਾ ਮਜ਼ਦੂਰ ਹਨ, ਉਹਨਾਂ ਦੇ ਸਿਰ ਤੇ ਹੋਰ ਬੱਚਿਆਂ ਦਾ ਬੋਝ ਹੈ। ਮੈਂ ਆਪਣੀ ਮਾਂ ਦੀ ਸਲਾਹ ਨੂੰ ਆਪਣੇ ਪੱਲੂ ਨਾਲ ਬੰਨ੍ਹ ਕੇ ਇੱਥੇ ਆਈ ਸੀ ਅਤੇ ਜਦੋਂ ਮੈਂ ਦੁਲਹਨ ਬਣ ਗਈ ਤਾਂ ਮੈਂ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਉਹ ਕਮਰੇ ਵਿੱਚ ਵੀ ਨਹੀਂ ਆਇਆ ਕਿਉਂਕਿ ਵੀਰ ਨੇ ਉਸ ਨੂੰ ਬਿਨਾਂ ਵਜ੍ਹਾ ਜ਼ੋਰ ਦੇ ਕੇ ਰੋਕਿਆ ਸੀ। ਜਦੋਂ ਉਹ ਥੋੜੀ ਦੇਰ ਲਈ ਮੇਰੇ ਕੋਲ ਆਇਆ ਅਤੇ ਅਸੀਂ ਕੁਝ ਗੱਲਾਂ ਹੀ ਕੀਤੀਆਂ ਸਨ ਤਾਂ ਵੀਰ ਨੇ ਇੱਕ ਵਾਰ ਫਿਰ ਅੰਨ੍ਹੇਵਾਹ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਦਾਖਲ ਹੋ ਕੇ ਜ਼ੋਰ ਪਾਇਆ ਅਤੇ ਜਿੱਦ ਕਰਦੇ ਹੋਏ ਉਹ ਆਪਣੇ ਪਿਤਾ ਜੀ ਨੂੰ ਆਪਣੇ ਨਾਲ ਲੈ ਗਿਆ। ਮੇਰੇ ਪਤੀ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਮੇਰੀ ਪਤਨੀ ਹੋ, ਇਹ ਘਰ ਤੁਹਾਡਾ ਵੀ ਘਰ ਹੈ, ਤੁਸੀਂ ਇਸ ਘਰ ਦੇ ਮਾਲਕ ਹੋ। ਉਹ ਕਹਿੰਦੇ ਸੀ ਕਿ ਇਹ ਘਰ ਅਤੇ ਸਭ ਕੁਝ ਸਿਰਫ ਮੇਰੇ ਬੇਟੇ ਵੀਰ ਦਾ ਹੈ ਅਤੇ ਉਹ ਇਸ ਘਰ ਦਾ ਮਾਲਕ ਹੈ ਅਤੇ ਅੱਜ ਇਸ ਮਾਲਕ ਨੇ ਮੈਨੂੰ ਮੇਰੀ ਅਸਲ ਸਥਿਤੀ ਯਾਦ ਕਰਵਾ ਦਿੱਤੀ ਹੈ। ਸ਼ਾਮ ਨੂੰ ਜਦੋਂ ਮੇਰਾ ਪਤੀ ਘਰ ਆਇਆ ਤਾਂ ਮੈਂ ਉਸ ਨੂੰ ਵੀਰ ਦੀਆਂ ਹਰਕਤਾਂ ਬਾਰੇ ਸਾਫ਼-ਸਾਫ਼ ਦੱਸਣ ਲੱਗੀ, ਪਰ ਵੀਰ ਆਪਣੇ ਪਿਤਾ ਜੀ ਦੇ ਸਾਹਮਣੇ ਸਾਫ਼-ਸਾਫ਼ ਮੁੱਕਰ ਗਿਆ ਸੀ। ਕਹਿਣ ਲੱਗਾ ਕਿ ਪਿਤਾ ਜੀ ਅਜਿਹਾ ਕੁਝ ਨਹੀਂ ਹੈ, ਇਹ ਔਰਤ ਜਾਣ-ਬੁੱਝ ਕੇ ਮੇਰੇ ਤੇ ਦੋਸ਼ ਲਗਾ ਰਹੀ ਹੈ। ਜਦੋਂ ਵੀਰ ਦੇ ਪਿਤਾ ਜੀ ਨੂੰ ਕਿਸੇ ਗੱਲ ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਕਮਰੇ ਦੀ ਤਲਾਸ਼ੀ ਲਈ, ਪਰ ਉੱਥੋਂ ਕੁਝ ਨਹੀਂ ਮਿਲਿਆ ਅਤੇ ਉਲਟਾ ਉਹ ਮੇਰੇ ਤੇ ਚੜ ਗਏ ਅਤੇ ਮੈਨੂੰ ਗੱਲਾਂ ਸੁਣਾਉਣ ਲੱਗੇ। ਉਹਨਾਂ ਨੇ ਕਿਹਾ ਕਿ ਅਗਲੀ ਵਾਰ ਮੇਰੇ ਬੇਟੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚਿਆ ਕਰੋ, ਨਹੀਂ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ। ਮੈਂ ਤੁਹਾਨੂੰ ਆਪਣੇ ਬੇਟੇ ਦੀ ਦੇਖਭਾਲ ਲਈ ਇੱਥੇ ਲਿਆਇਆ ਹਾਂ ਅਤੇ ਮੈਂ ਤੁਹਾਨੂੰ ਘਰੋਂ ਕੱਢਣ ਵਿੱਚ 1 ਮਿੰਟ ਵੀ ਦੇਰੀ ਨਹੀਂ ਕਰਾਂਗਾ। ਮੈਂ ਹੁਣ ਬਹੁਤ ਥੱਕ ਗਈ ਸੀ, ਮੈਂ ਹੁਣ ਇਹ ਸਭ ਬਰਦਾਸ਼ਤ ਨਹੀਂ ਕਰ ਸਕਦੀ ਸੀ, ਪਰ ਮੇਰੇ ਮਾਤਾ ਪਿਤਾ ਨੇ ਮੈਨੂੰ ਇਕੱਲਾ ਛੱਡ ਦਿੱਤਾ ਸੀ। ਉਹਨਾਂ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ। ਮੈਨੂੰ ਸਭ ਕੁਝ ਦੇਖ ਕੇ ਵੀ ਚੁੱਪ ਹੀ ਰਹਿਣਾ ਪਿਆ। ਇਹ ਸਮਾਂ ਤੇਜ਼ੀ ਨਾਲ ਬੀਤ ਗਿਆ ਅਤੇ ਵੀਰ ਜਵਾਨ ਹੋ ਗਿਆ। ਮੈਂ ਸਿਰਫ ਨੌਕਰਾਨੀ ਬਣ ਕੇ ਰਹਿ ਗਈ, ਪਰ ਇੱਕ ਦਿਨ ਰੱਬ ਨੇ ਮੇਰੀ ਸੁਣ ਲਈ। ਵੀਰ ਉਸ ਦਿਨ 16 ਸਾਲਾਂ ਦਾ ਸੀ ਜਦੋਂ ਮੈਂ ਗਰਭਵਤੀ ਹੋ ਗਈ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਰੱਬ ਨੇ ਮੇਰੀ ਝੋਲੀ ਭਰ ਦਿੱਤੀ ਸੀ। ਜੇ ਮੇਰਾ ਆਪਣਾ ਬੱਚਾ ਹੁੰਦਾ ਤਾਂ ਸ਼ਾਇਦ ਮੇਰੇ ਪਤੀ ਦੇ ਦਿਲ ਵਿੱਚ ਵੀ ਮੇਰੀ ਅਹਿਮੀਅਤ ਵੱਧ ਜਾਂਦੀ। ਇਹ ਸੋਚ ਕੇ ਮੈਂ ਖੁਸ਼ ਹੋ ਗਈ ਅਤੇ ਮੇਰੇ ਪਤੀ ਵੀ ਇਹ ਖਬਰ ਸੁਣ ਕੇ ਖੁਸ਼ ਹੋਏ। ਉਸ ਦਾ ਰਵੱਈਆ ਵੀ ਮੇਰੇ ਨਾਲ ਚੰਗਾ ਹੋ ਗਿਆ ਸੀ, ਪਰ ਇਹ ਗੱਲ ਵੀਰ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਉਹ ਮੂੰਹ ਸਜਾਈ ਬੈਠਾ ਸੀ, ਪਰ ਮੈਂ ਉਸ ਦੀ ਪਰਵਾਹ ਨਹੀਂ ਕੀਤੀ। ਪਹਿਲੇ ਦਿਨ ਮੈਂ ਦੁਪਹਿਰ ਨੂੰ ਰਾਤ ਦਾ ਖਾਣਾ ਬਣਾਉਣ ਬਾਰੇ ਸੋਚਿਆ, ਪਰ ਜਿਵੇਂ ਹੀ ਮੈਂ ਰਸੋਈ ਵਿੱਚ ਦਾਖਲ ਹੋਈ ਮੇਰਾ ਪੈਰ ਬੁਰੀ ਤਰ੍ਹਾਂ ਫਿਸਲ ਗਿਆ ਅਤੇ ਅਗਲੇ ਹੀ ਪਲ ਮੈਂ ਮੂੰਹ ਦੇ ਭਾਰ ਡਿੱਗ ਪਈ, ਕਿਉਂਕਿ ਰਸੋਈ ਵਿੱਚ ਪਹਿਲਾਂ ਹੀ ਤੇਲ ਡੁੱਲਿਆ ਹੋਇਆ ਸੀ, ਜਿਸ ਕਾਰਨ ਮੇਰਾ ਪੈਰ ਫਿਸਲ ਗਿਆ। ਮੇਰੇ ਪੇਟ ਵਿੱਚ ਬਹੁਤ ਦਰਦ ਸੀ ਅਤੇ ਮੈਂ ਰੋਣ ਲੱਗ ਪਈ। ਜਦੋਂ ਵੀਰ ਹੱਸਦਾ ਹੋਇਆ ਰਸੋਈ ਵਿੱਚ ਦਾਖਲ ਹੋਇਆ, ਉਹ ਕਹਿਣ ਲੱਗਾ ਕਿ ਤੁਸੀਂ ਆਪਣੇ ਸਪੋਲੀਏ ਨੂੰ ਮੇਰੀ ਜਾਇਦਾਦ ਵਿੱਚ ਹਿੱਸੇਦਾਰ ਬਣਾਉਣਾ ਚਾਹੁੰਦੇ ਸੀ। ਅੱਜ ਮੈਂ ਉਹ ਵੀ ਖਤਮ ਕਰ ਦਿੱਤਾ। ਇਹ ਸਭ ਸਿਰਫ ਮੇਰਾ ਹੈ ਅਤੇ ਮੈਂ ਕਿਸੇ ਨੂੰ ਕੁਝ ਦੇਣ ਲਈ ਤਿਆਰ ਨਹੀਂ ਹਾਂ। ਮੈਂ ਉੱਥੇ ਪਈ ਦੁੱਖ ਝੱਲ ਰਹੀ ਸੀ। ਵੀਰ ਬਾਹਰ ਚਲਾ ਗਿਆ। ਜਦੋਂ ਮੇਰਾ ਪਤੀ ਘਰ ਆਇਆ ਤਾਂ ਉਹ ਮੈਨੂੰ ਡਾਕਟਰ ਕੋਲ ਲੈ ਗਿਆ। ਮੇਰਾ ਬੱਚਾ ਖਤਮ ਹੋ ਗਿਆ ਸੀ। ਮੈਂ ਉਸ ਦਿਨ ਬਹੁਤ ਰੋਈ। ਮੇਰੇ ਪਤੀ ਨੇ ਵੀ ਮੇਰੇ ਤੇ ਦੋਸ਼ ਲਗਾਇਆ ਕਿ ਤੁਸੀਂ ਦੇਖ ਕੇ ਕੰਮ ਨਹੀਂ ਕਰ ਸਕਦੇ ਹੋ। ਸਮਾਂ ਬੀਤਦਾ ਗਿਆ ਅਤੇ ਵੀਰ ਹੁਣ 19 ਸਾਲ ਦਾ ਹੋ ਗਿਆ ਸੀ
ਅਤੇ ਉਸ ਦੀਆਂ ਆਦਤਾਂ ਵਿਗੜ ਗਈਆਂ ਸਨ। ਕਈ ਰਾਤਾਂ ਉਹ ਘਰੋਂ ਬਾਹਰ ਰਹਿੰਦਾ, ਝੂਠ ਬੋਲ ਕੇ ਆਪਣੇ ਪਿਤਾ ਤੋਂ ਪੈਸੇ ਲੈ ਲੈਂਦਾ। ਉਸ ਦੀ ਸੰਗਤ ਇੰਨੀ ਮਾੜੀ ਸੀ ਕਿ ਇਲਾਕੇ ਤੋਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਪਰ ਵੀਰ ਦੇ ਪਿਤਾ ਨੂੰ ਉਸ ਤੇ ਅੰਨਾ ਵਿਸ਼ਵਾਸ ਸੀ। ਮੇਰੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਸੀ। ਮੈਂ ਇਹ ਆਸ ਨਾਲ ਜਿਉਂ ਰਹੀ ਸੀ ਕਿ ਕਿਸੇ ਦਿਨ ਰੱਬ ਮੈਨੂੰ ਕੋਈ ਖੁਸ਼ੀ ਦੇਵੇਗਾ, ਪਰ ਰੱਬ ਨੇ ਇਹ ਉਮੀਦ ਵੀ ਖੋਹ ਲਈ। ਇੱਕ ਦਿਨ ਮੇਰੇ ਪਤੀ ਦੇ ਕਾਰ ਹਾਦਸੇ ਵਿੱਚ ਮੌਤ ਹੋ ਗਈ। ਜਿੰਨਾ ਚਿਰ ਉਸ ਦਾ ਪਰਛਾਵਾਂ ਮੇਰੇ ਸਿਰ ਉੱਤੇ ਸੀ, ਮੈਂ ਸੁਰੱਖਿਅਤ ਮਹਿਸੂਸ ਕੀਤਾ। ਉਹ ਜੋ ਵੀ ਸੀ, ਉਹ ਮੇਰਾ ਪਤੀ ਸੀ ਅਤੇ ਮੈਂ ਇਸ ਘਰ ਵਿੱਚ ਸੁਰੱਖਿਅਤ ਸੀ। ਪਰ ਹੁਣ ਉਸ ਦੇ ਜਾਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਇਕੱਲੀ ਸੀ। ਵੀਰ ਮੇਰੇ ਲਈ ਕੁਝ ਵੀ ਨਹੀਂ ਸੀ। ਕੀ ਉਹ ਮੈਨੂੰ ਪਿਆਰ ਕਰੇਗਾ? ਆਪਣੇ ਪਿਤਾ ਦੀ ਮੌਤ ਦਾ ਵੀ ਉਸ ਨੂੰ ਬਿਲਕੁਲ ਦੁੱਖ ਨਹੀਂ ਸੀ। ਉਸ ਨੇ ਹੁਣ ਆਪਣੇ ਪਿਤਾ ਦੇ ਪੈਸੇ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੇਰੇ ਨਾਲ ਹੋਰ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇੱਕ ਦਿਨ ਉਸਨੇ ਅਜਿਹਾ ਕੁਝ ਕੀਤਾ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਹ ਇੱਕ ਕੁੜੀ ਨੂੰ ਘਰ ਲੈ ਆਇਆ। ਉਹ ਕੁੜੀ ਉਸ ਸਮੇਂ ਰੋ ਰਹੀ ਸੀ ਅਤੇ ਬਹੁਤ ਮਿੰਨਤਾਂ ਕਰ ਰਹੀ ਸੀ। ਵੀਰ ਨੇ ਉਸ ਨੂੰ ਡਾਂਟ ਕੇ ਚੁੱਪ ਕਰਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ, ਮੈਂ ਤੁਹਾਡੀ ਕੀਮਤ ਚੁਕਾ ਦਿੱਤੀ ਹੈ। ਕਦੇ ਮੈਂ ਵੀਰ ਨੂੰ ਦੇਖਦੀ ਤੇ ਕਦੇ ਉਸ ਕੁੜੀ ਨੂੰ। ਵੀਰ ਨੇ ਉਹ ਕੁੜੀ ਉਸਦੇ ਨਸ਼ੇੜੀ ਪਿਤਾ ਤੋਂ ਖਰੀਦੀ ਸੀ। ਉਹ ਕੁੜੀ ਰੋਣ ਲੱਗ ਪਈ ਤੇ ਮੈਨੂੰ ਕਹਿਣ ਲੱਗੀ ਕਿ ਭੈਣ, ਰੱਬ ਦਾ ਭਲਾ ਬਚਾ ਲੈ, ਉਹ ਮੈਨੂੰ ਮਾਰ ਦੇਵੇਗਾ, ਮੈਨੂੰ ਕਿਤੇ ਨਹੀਂ ਛੱਡੇਗਾ। ਵੀਰ ਨੇ ਗੁੱਸੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੁਣ ਤੁਹਾਡੇ ਕੋਲੋਂ ਸਾਰੀ ਕੀਮਤ ਵਸੂਲ ਕਰਕੇ ਰਹਾਂਗਾ। ਫਿਰ ਵੀਰ ਮੇਰੇ ਵੱਲ ਮੁੜਿਆ ਅਤੇ ਕਹਿਣ ਲੱਗਾ ਕਿ ਤੁਸੀਂ ਜਾ ਕੇ ਮੇਰਾ ਕਮਰਾ ਸਜਾਓ। ਪਰ ਮੈਂ ਕਿਸੇ ਵੀ ਤਰ੍ਹਾਂ ਉਸ ਕੁੜੀ ਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੁੰਦੀ ਸੀ। ਉਸ ਕੁੜੀ ਨੇ ਡਰ ਦੇ ਮਾਰੇ ਮੈਨੂੰ ਜੱਫੀ ਪਾ ਲਈ ਅਤੇ ਆਪਣੀ ਇੱਜ਼ਤ ਦੀ ਭੀਖ ਮੰਗਣ ਲੱਗੀ। ਵੀਰ ਦਾ ਦਿਲ ਉਸ ਕੁੜੀ ਤੇ ਆ ਗਿਆ ਸੀ। ਪਹਿਲਾਂ ਉਸ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਦੀ ਜਾਲ ਵਿੱਚ ਨਹੀਂ ਫਸੀ। ਇਸ ਲਈ ਅੱਜ ਉਹ ਉਸ ਨੂੰ ਉਸ ਦੇ ਨਸ਼ੇੜੀ ਪਿਤਾ ਤੋਂ ਖਰੀਦ ਕੇ ਘਰ ਲੈ ਆਇਆ ਸੀ। ਵੀਰ ਇਸ ਹੱਦ ਤੱਕ ਡਿੱਗ ਸਕਦਾ ਸੀ, ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ। ਮੈਂ ਉਸ ਕੁੜੀ ਨੂੰ ਵੀਰ ਤੋਂ ਛੁਡਵਾ ਕੇ ਆਪਣੇ ਕੋਲ ਖੜਾ ਕਰ ਲਿਆ ਅਤੇ ਗੁੱਸੇ ਨਾਲ ਕਹਿਣ ਲੱਗੀ ਕਿ ਮੈਂ ਤੈਨੂੰ ਇਸ ਕੁੜੀ ਨਾਲ ਜ਼ਬਰਦਸਤੀ ਕੁਝ ਨਹੀਂ ਕਰਨ ਦਿਆਂਗੀ। ਜਾਂ ਇਸ ਨੂੰ ਇਸ ਦੇ ਘਰੇ ਵਾਪਸ ਛੱਡ ਦੇ, ਨਹੀਂ ਤਾਂ ਤੇਰੇ ਲਈ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ। ਹੱਦ ਪਾਰ ਕਰਕੇ ਮੇਰੇ ਕੋਲੋਂ ਆ ਕੇ ਕਹਿਣ ਲੱਗਾ, ਤੁਸੀਂ ਕੀ ਕਰ ਸਕਦੇ ਹੋ? ਮੇਰੇ ਪਿਤਾ ਜੀ ਨੇ ਵੀ ਤੁਹਾਨੂੰ ਖਰੀਦਿਆ ਸੀ। ਜ਼ਿਆਦਾ ਫਰ ਨਿਕਲ ਆਏ ਆ ਤੁਹਾਡੇ। ਚੁੱਪ ਚਪੀਤੀ ਕੁੜੀ ਨੂੰ ਇੱਧਰ ਕਰੋ। ਮੈਂ ਵੀਰ ਨੂੰ ਝਿੜਕਿਆ ਤੇ ਕਿਹਾ ਕਿ ਮੈਂ ਤੈਨੂੰ ਇਸ ਕੁੜੀ ਨਾਲ ਜ਼ਬਰਦਸਤੀ ਨਹੀਂ ਕਰਨ ਦਿਆਂਗੀ। ਜੇ ਤੁਸੀਂ ਜ਼ਬਰਦਸਤੀ ਕੀਤੀ ਤਾਂ ਮੈਂ ਪੁਲਿਸ ਨੂੰ ਬੁਲਾਵਾਂਗੀ। ਪਰ ਵੀਰ ਗੁੱਸੇ ਵਿੱਚ ਸੀ। ਉਹ ਮੇਰੇ ਕੋਲ ਆਇਆ ਤੇ ਮੈਨੂੰ ਬਾਂਹ ਤੋਂ ਫੜ ਕੇ ਕਹਿਣ ਲੱਗਾ ਕਿ ਤੇਰੇ ਵਿੱਚ ਇੰਨੀ ਹਿੰਮਤ ਹੈ ਕਿ ਤੂੰ ਮੇਰੇ ਅੱਗੇ ਬੋਲਦੀ ਹੈ। ਅੱਜ ਮੈਂ ਤੁਹਾਡਾ ਇਹ ਹਾਲ ਕਰਾਂਗਾ ਕਿ ਜਦੋਂ ਤੱਕ ਦੁਨੀਆ ਚੱਲਦੀ ਰਹੇਗੀ ਤੁਹਾਡੇ ਵਰਗੀਆਂ ਔਰਤਾਂ ਨੂੰ ਯਾਦ ਰਹੇਗਾ। ਮੈਂ ਡਰ ਨਾਲ ਉਸ ਵੱਲ ਦੇਖਣ ਲੱਗੀ, ਇਸ ਤੋਂ ਪਹਿਲਾਂ ਕਿ ਮੈਂ ਵੀਰ ਨੂੰ ਕੁਝ ਕਹਿੰਦੀ। ਵੀਰ ਮੈਨੂੰ ਫੜ ਕੇ ਕਮਰੇ ਵਿੱਚ ਲੈ ਗਿਆ ਅਤੇ ਮੈਨੂੰ ਸਾਹਮਣੇ ਬੈੱਡ ਤੇ ਧੱਕਾ ਦੇ ਦਿੱਤਾ। ਮੈਂ ਹੈਰਾਨ ਰਹਿ ਗਈ ਅਤੇ ਉਸ ਵੱਲ ਦੇਖਣ ਲੱਗੀ। ਆਖਿਰ ਵੀਰ ਕੀ ਕਰਨ ਜਾ ਰਿਹਾ ਸੀ? ਵੀਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਹ ਮੇਰੇ ਕੋਲ ਆਇਆ ਅਤੇ ਆਪਣੀ ਕਮੀਜ਼ ਦੇ ਬਟਨ ਖੋਲ੍ਹਣ ਲੱਗਾ ਅਤੇ ਕਹਿਣ ਲੱਗਾ ਕਿ ਹੁਣ ਦੇਖਦੇ ਹਾਂ ਕਿ ਮੈਂ ਤੁਹਾਡੇ ਨਾਲ ਕੀ ਕਰਦਾ ਹਾਂ। ਤੁਸੀਂ ਸਾਰੀ ਉਮਰ ਕਿਸੇ ਨੂੰ ਮੂੰਹ ਨਹੀਂ ਦਿਖਾ ਸਕੋਗੇ। ਉਸ ਦੇ ਇਹ ਘਿਨੌਣੇ ਸ਼ਬਦ ਸੁਣ ਕੇ ਮੈਂ ਮਰ ਰਹੀ ਸੀ। ਉਹ ਅਜਿਹਾ ਸੋਚ ਵੀ ਕਿਵੇਂ ਸਕਦਾ ਹੈ? ਮੈਂ ਉੱਠ ਕੇ ਉਸ ਵੱਲ ਦੇਖਣ ਲੱਗੀ ਅਤੇ ਅਚਾਨਕ ਮੈਂ ਪੂਰੇ ਜ਼ੋਰ ਨਾਲ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਉਹ ਰੋਣ ਲੱਗਾ। ਮੈਂ ਉਸ ਦੇ ਮੂੰਹ ਤੇ ਥੁੱਕਿਆ ਅਤੇ ਕਿਹਾ, ਸ਼ਰਮ ਕਰੋ, ਮੈਂ ਤੁਹਾਡੇ ਮਾਂ ਦੀ ਥਾਂ ਹਾਂ। ਅੰਨੇ ਨਾ ਬਣੋ। ਤੁਸੀਂ ਆਪਣੇ ਆਪ ਨੂੰ ਇਸ ਹੱਦ ਤੱਕ ਨੀਵਾਂ ਨਾ ਕਰੋ ਕਿ ਤੁਹਾਨੂੰ ਨਰਕ ਵਿੱਚ ਵੀ ਜਗ੍ਹਾ ਨਾ ਮਿਲੇ। ਵੀਰ ਦਾ ਪਾਰਾ ਵੱਧ ਗਿਆ। ਉਸ ਦੀਆਂ ਅੱਖਾਂ ਵਿੱਚੋਂ ਖੂਨ ਸੀ। ਫਿਰ ਮੈਨੂੰ ਇਹ ਸੋਚ ਕੇ ਗੁੱਸਾ ਆ ਗਿਆ ਕਿ ਉਹ ਮੈਨੂੰ ਆਪਣੀ ਪਕੜ ਵਿੱਚ ਲੈ ਕੇ ਮੇਰੇ ਨਾਲ ਗਲਤ ਕੰਮ ਕਰਨਾ ਚਾਹੁੰਦਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਸ ਉੱਤੇ ਕਿਸੇ ਗੱਲ ਦਾ ਕੋਈ ਅਸਰ ਹੀ ਨਹੀਂ ਸੀ। ਮੈਂ ਉਸ ਦੀ ਮਤਰੇਈ ਮਾਂ ਹੀ ਸਹੀ, ਪਰ ਮੈਂ ਤਾਂ ਉਸ ਦੀ ਮਾਂ ਹੀ ਸੀ।
ਉਸਦੇ ਮਰਹੂਮ ਪਿਤਾ ਦੀ ਪਤਨੀ। ਮੈਂ ਕਿਸੇ ਤਰ੍ਹਾਂ ਉਸ ਨੂੰ ਆਪਣੇ ਤੋਂ ਦੂਰ ਧੱਕ ਦਿੱਤਾ। ਮੈਂ ਕਮਰੇ ਤੋਂ ਬਾਹਰ ਨਿਕਲਣਾ ਚਾਹੀ, ਪਰ ਉਸ ਨੇ ਮੈਨੂੰ ਫਿਰ ਬੈੱਡ ਤੇ ਸੁੱਟ ਦਿੱਤਾ ਅਤੇ ਮੇਰੇ ਵਾਲ ਫੜ ਕੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਮੈਂ ਇੰਨੀ ਜਲਦੀ ਹਾਰ ਨਹੀਂ ਮੰਨ ਸਕਦੀ ਸੀ। ਅੱਜ ਤੱਕ ਮੈਂ ਆਪਣੇ ਮਾਂ-ਬਾਪ ਦੀ ਲਾਜ ਬਹੁਤ ਰੱਖੀ ਸੀ, ਆਪਣੇ ਉੱਤੇ ਬਹੁਤ ਜ਼ੁਲਮ ਝੱਲੇ ਸਨ, ਪਰ ਮੈਂ ਕਦੇ ਕਿਸੇ ਨੂੰ ਸ਼ਿਕਾਇਤ ਨਹੀਂ ਸੀ ਕੀਤੀ। ਪਰ ਅੱਜ ਵੀਰ ਵਰਗੇ ਬੰਦੇ ਨੂੰ ਸਬਕ ਸਿਖਾਉਣ ਦੀ ਲੋੜ ਸੀ। ਝੱਟ ਹੀ ਹੌਸਲਾ ਕਰਦੇ ਹੋਏ ਮੈਂ ਮੇਜ਼ ਤੇ ਪਿਆ ਕੰਚ ਦਾ ਫੁੱਲਦਾਨ ਚੁੱਕਿਆ ਅਤੇ ਵੀਰ ਦੇ ਸਿਰ ਤੇ ਮਾਰਿਆ। ਮੈਂ ਉਸ ਦੇ ਸਿਰ ਤੇ ਕਈ ਵਾਰ ਕੀਤੇ, ਉਹ ਜ਼ਮੀਨ ਤੇ ਡਿੱਗ ਪਿਆ। ਕੱਚ ਦੇ ਟੁਕੜੇ ਉਸ ਦੇ ਸਿਰ ਵਿੱਚ ਵੜ ਗਏ ਸਨ। ਹੇਠਾਂ ਪਏ ਵੀਰ ਵੱਲ ਦੇਖ ਕੇ ਮੈਂ ਕਿਹਾ, ਤੇਰੇ ਵਰਗੇ ਨੂੰ ਤਾਂ ਜੰਮਦੇ ਸਾਰ ਹੀ ਮਰ ਜਾਣਾ ਚਾਹੀਦਾ ਸੀ। ਵੀਰ ਜ਼ਮੀਨ ਤੇ ਡਿੱਗ ਪਿਆ ਸੀ ਅਤੇ ਤੜਫ ਤੜਫ ਕੇ ਮਦਦ ਮੰਗ ਰਿਹਾ ਸੀ। ਹੁਣ ਤੋਂ ਹੀ ਵੀਰ ਦੇ ਬਚਪਨ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਮਾੜੇ ਵਿਵਹਾਰ ਫਿਲਮ ਵਾਂਗ ਮੇਰੇ ਦਿਮਾਗ 'ਚ ਘੁੰਮਣ ਲੱਗ ਪਏ ਸਨ। ਮੈਂ ਆਪਣੇ ਸਰੀਰ ਤੇ ਨਜ਼ਰ ਮਾਰੀ। ਮੇਰੇ ਵਿਗੜੇ ਹੋਏ ਵਾਲ ਅਤੇ ਕੱਪੜੇ ਥਾਂ-ਥਾਂ ਫਟ ਗਏ ਸਨ। ਵੀਰ ਦਾ ਸਰੀਰ ਕੁਝ ਦੇਰ ਵਿੱਚ ਠੰਡਾ ਹੋ ਗਿਆ ਸੀ। ਉਹ ਆਪਣੀ ਅਸਲੀ ਥਾਂ ਤੇ ਪਹੁੰਚ ਗਿਆ ਸੀ, ਜਿੱਥੇ ਉਸ ਨੂੰ ਜਾਣਾ ਚਾਹੀਦਾ ਸੀ। ਜਦੋਂ ਵੀਰ ਮੇਰੇ ਤੇ ਜ਼ਬਰਦਸਤੀ ਕਰ ਰਿਹਾ ਸੀ ਤਾਂ ਮੇਰੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਮੈਂ ਵੀਰ ਦੇ ਕੇਸ ਤੇ ਜੁਰਮ ਵਿੱਚ ਜੇਲ੍ਹ ਗਈ। 2 ਮਹੀਨਿਆਂ ਬਾਅਦ ਜੱਜ ਨੇ ਮੈਨੂੰ ਇੱਜ਼ਤ ਨਾਲ ਬਰੀ ਕਰ ਦਿੱਤਾ। ਜੱਜ ਨੇ ਫੈਸਲਾ ਦਿੱਤਾ ਸੀ ਕਿ ਮੈਂ ਆਪਣੀ ਇੱਜ਼ਤ ਬਚਾਉਣ ਲਈ ਜੋ ਵੀ ਕੀਤਾ ਸਹੀ ਕੀਤਾ। ਵੀਰ ਵਰਗੇ ਬੰਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੀ। ਵੀਰ ਜੋ ਕੁੜੀ ਲਿਆਇਆ ਸੀ ਉਹ ਆਪਣੀ ਮਾਂ ਦੇ ਘਰ ਵਾਪਸ ਚਲੀ ਗਈ ਸੀ। ਮੈਂ ਹੁਣ ਇਕੱਲੀ ਰਹਿੰਦੀ ਹਾਂ। ਮੇਰੇ ਮਾਤਾ ਪਿਤਾ ਨੇ ਅੱਜ ਤੱਕ ਮੈਨੂੰ ਨਹੀਂ ਲੱਭਿਆ। ਉਹਨਾਂ ਨੇ ਮੈਨੂੰ 10 ਲੱਖ ਵਿੱਚ ਵੇਚ ਦਿੱਤਾ। ਮੈਂ ਹੁਣ ਤੱਕ ਬਹੁਤ ਰੋਈ। ਮੈਂ ਮੇਰੇ ਮਾਂ-ਬਾਪ ਕੋਲ ਜਾਣਾ ਚਾਹੁੰਦੀ ਹਾਂ, ਪਰ ਮੈਨੂੰ ਡਰ ਹੈ ਕਿ ਉਹ ਮੈਨੂੰ ਦੁਬਾਰਾ ਨਾ ਵੇਚ ਦੇਣ। ਵੀਰ ਨੇ ਆਪਣੇ ਪਿਤਾ ਦੀ ਸਾਰੀ ਦੌਲਤ ਗਲਤ ਕੰਮ ਵਿੱਚ ਖਰਚ ਕਰ ਦਿੱਤੀ ਸੀ। ਹੁਣ ਮੇਰੇ ਕੋਲ ਇਹ ਇੱਕੋ ਇੱਕ ਘਰ ਬਚਿਆ ਸੀ ਜਿਸ ਵਿੱਚ ਮੈਂ ਰਹਿ ਰਹੀ ਸੀ। ਜ਼ਿੰਦਗੀ ਦਾ ਇਕੱਲਾਪਣ ਮੈਨੂੰ ਖਾਣ ਨੂੰ ਪੈਂਦਾ ਹੈ। ਮੈਂ ਰੋਂਦੇ ਰੋਂਦੇ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਮੈਂ ਕਿਹੜਾ ਗੁਨਾਹ ਕੀਤਾ ਸੀ ਕਿ ਮੈਨੂੰ ਇਹ ਸਜ਼ਾ ਮਿਲੀ, ਤੇ ਹੁਣ ਸ਼ਾਇਦ ਰੱਬ ਵੀ ਮੇਰੇ ਤੇ ਰਹਿਮ ਕਰ ਗਿਆ। ਮੈਂ ਜਿਸ ਕੁੜੀ ਨੂੰ ਵੀਰ ਤੋਂ ਬਚਾਇਆ, ਇੱਕ ਦਿਨ ਉਹ ਆਪਣੀ ਮਾਂ ਨਾਲ ਮੇਰੇ ਕੋਲ ਆਈ। ਉਸ ਨੇ ਦੱਸਿਆ ਕਿ ਉਸ ਦਾ ਨਸ਼ੇੜੀ ਪਿਤਾ ਨਸ਼ੇ ਦੀ ਹਾਲਤ ਵਿੱਚ ਕਿਤੇ ਡਿੱਗ ਪਿਆ ਸੀ ਤੇ ਫਿਰ ਉਹ ਇਸ ਦੁਨੀਆ ਤੋਂ ਚਲਾ ਗਿਆ। ਅੱਜ ਕੁੜੀ ਆਪਣੇ ਭਰਾ ਅਤੇ ਮਾਂ ਦੇ ਨਾਲ ਇਕੱਲੀ ਰਹਿੰਦੀ ਹੈ। ਇਸ ਕੁੜੀ ਦਾ ਨਾਮ ਮੀਰਾ ਸੀ। ਉਹ ਮੇਰੇ ਲਈ ਆਪਣੇ ਭਰਾ ਦਾ ਰਿਸ਼ਤਾ ਲੈ ਕੇ ਆਈ ਸੀ, ਪਰ ਮੈਂ ਕਿਸੇ ਵੀ ਤਰ੍ਹਾਂ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਦਾ ਭਰਾ ਸੁੰਦਰ ਦਿੱਖ ਵਾਲਾ, ਬਹੁਤ ਹੁਸ਼ਿਆਰ ਅਤੇ ਸਿਰਫ 29 ਸਾਲਾਂ ਦਾ ਸੀ, ਜਦੋਂ ਕਿ ਮੈਂ 31 ਸਾਲਾਂ ਦੀ ਸੀ। ਉਹ ਮੇਰੇ ਤੋਂ 2 ਸਾਲ ਛੋਟਾ ਸੀ, ਪਰ ਉਸ ਦੀ ਮਾਂ ਨੇ ਮੇਰੇ ਸਾਹਮਣੇ ਝੋਲੀ ਵਿਛਾ ਦਿੱਤੀ। ਕਿਹਾ ਕਿ ਤੁਹਾਡੇ ਵਰਗੀ ਔਰਤ ਜੇ ਮੇਰੀ ਘਰ ਦੀ ਨੂੰਹ ਬਣ ਜਾਵੇ ਤਾਂ ਮੇਰੇ ਭਾਗ ਖੁੱਲ੍ਹ ਜਾਣਗੇ। ਤੂੰ ਮੇਰੀ ਧੀ ਦੀ ਇੱਜ਼ਤ ਬਚਾਈ ਹੈ। ਮੇਰਾ ਬੇਟਾ ਵੀ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹੈ, ਪਰ ਮੈਂ ਆਪਣੇ ਆਪ ਨੂੰ ਵਿਆਹ ਲਈ ਤਿਆਰ ਨਹੀਂ ਕਰ ਸਕਦੀ। ਮੈਂ ਮੀਰਾ ਦੀ ਮਾਂ ਤੋਂ ਕੁਝ ਸਮਾਂ ਮੰਗਿਆ ਸੀ ਤੇ ਫਿਰ ਮੈਂ ਠੰਡੇ ਦਿਮਾਗ ਨਾਲ ਸੋਚਿਆ ਸੀ ਕਿ ਸ਼ਾਇਦ ਰੱਬ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਹੈ। ਸ਼ਾਇਦ ਮੇਰੀ ਜ਼ਿੰਦਗੀ ਵਿੱਚ ਦੁੱਖਾਂ ਦਾ ਦੌਰ ਖਤਮ ਹੋ ਗਿਆ ਹੈ। ਹੁਣ ਤੱਕ ਵੀਰ ਦੇ ਪਾਪਾ ਨਾਲ ਰਹਿ ਕੇ ਕਿਹੜਾ ਮੈਂ ਖੁਸ਼ ਸੀ। ਮੈਂ ਸਾਰੀ ਉਮਰ ਉਹਦੇ ਨਾਂ ਦੀ ਵਿਧਵਾ ਬਣ ਕੇ ਗੁਜ਼ਾਰ ਲਵਾਂ। ਮੈਂ ਮੀਰਾ ਦੀ ਮਾਂ ਨੂੰ ਵਿਆਹ ਕਰਨ ਲਈ ਹਾਂ ਕਹਿ ਦਿੱਤੀ। ਮੇਰਾ ਅਤੇ ਆਸ਼ੀਸ਼ ਦਾ ਵਿਆਹ 2 ਦਿਨਾਂ ਬਾਅਦ ਬਹੁਤ ਸਾਦਗੀ ਨਾਲ ਹੋ ਗਿਆ। ਵਿਆਹ ਤੋਂ ਬਾਅਦ ਮੈਂ ਮੀਰਾ ਅਤੇ ਮੀਰਾ ਦੀ ਮਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ। ਅੱਜ ਉਸ ਨਾਲ ਵਿਆਹ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਪਤੀ ਦਾ ਪਿਆਰ ਕੀ ਹੁੰਦਾ ਹੈ। ਆਸ਼ੀਸ਼ ਮੈਨੂੰ ਦਿਲੋਂ ਪਿਆਰ ਕਰਦਾ ਹੈ। ਉਹ ਮੇਰਾ ਇੰਨਾ ਸਤਿਕਾਰ ਕਰਦਾ ਹੈ ਕਿ ਕਈ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਦੋਸਤੋ, ਆਸ਼ੀਸ਼ ਨਾਲ ਵਿਆਹ ਕਰਨ ਦਾ ਮੇਰਾ ਫੈਸਲਾ ਸਹੀ ਸੀ ਜਾਂ ਗਲਤ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਦੋਸਤੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਨਵੀਂ ਕਹਾਣੀ ਵਿੱਚ।